Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 196ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਮਹਿਲਾ ਪੰਜਵਾਂ। ਕਰ ਕਿਰਪਾ ਭੇਟੇ ਗੁਰ ਸੋਈ, ਤਿਤ ਪਲ ਰੋਗ ਨਾ ਵਿਆਪੈ ਕੋਈ। ਜਿਸ ਮਨੁੱਖ ਦੇ ਉੱਪਰ ਉਹ ਪ੍ਰਮਾਤਮਾ ਕਿਰਪਾ ਕਰਕੇ ਉਹਨੂੰ ਗੁਰੂ ਮਿਲਾ ਦਿੰਦਾ ਹੈ, ਉਸ ਕਿਰਪਾ ਰੂਪੀ ਬਲ ਦੀ ਸਹਾਇਤਾ ਦੇ ਨਾਲ, ਉਸ ਕਿਰਪਾ ਰੂਪੀ ਬਲ ਦੇ ਕਾਰਨ ਉਸ ਮਨੁੱਖ ਨੂੰ ਕੋਈ ਵੀ ਰੋਗ ਨਹੀਂ ਵਿਆਪਦਾ। ਇੱਥੇ ਫਿਰ ਤੋਂ ਸਰੀਰਕ ਰੋਗਾਂ ਦੀ ਨਹੀਂ ਬਲਕਿ ਸੋਚ ਪੱਖੀ ਰੋਗਾਂ ਦੀ ਗੱਲ ਹੋ ਰਹੀ ਹੈ, ਆਤਮਿਕ ਰੋਗਾਂ ਦੀ ਗੱਲ ਹੋ ਰਹੀ ਹੈ ਕਿ ਉਸ ਮਨੁੱਖ ਨੂੰ ਵਿਕਾਰਾਂ ਰੂਪੀ ਪਾਪੀ ਸੋਚ ਰੂਪੀ ਰੋਗ ਨਹੀਂ ਲੱਗਦੇ। ਰਾਮ ਰਮਨ ਤਰਨ ਭੈ ਸਾਗਰ, ਸਰਨ ਸੂਰ ਫਾਰੇ ਜਮ ਕਾਗਰ ਰਹਾਓ। ਜਿਹੜੇ ਮਨੁੱਖ ਉਸ ਪ੍ਰਮਾਤਮਾ ਦੇ ਵਿੱਚ ਰਮੇ ਰਹਿੰਦੇ ਹਨ, ਪ੍ਰਮਾਤਮਾ ਦੇ ਵਿੱਚ ਸਮਾਏ ਰਹਿੰਦੇ ਹਨ, ਉਹ ਇਸ ਭਵ ਸਾਗਰ ਸੰਸਾਰ ਨੂੰ ਤਰ ਜਾਂਦੇ ਹਨ। ਸਰਨ ਸੂਰ ਭਾਵ ਕਿ ਉਸ ਸੂਰਮੇ ਰੂਪ ਪ੍ਰਮਾਤਮਾ ਦੀ ਸਰਨ ਦੇ ਵਿੱਚ ਪਿਆ। ਫਾਰੇ ਜਮ ਕਾਗਰ, ਜੋ ਜਮ ਹੈ, ਜਿਨ੍ਹਾਂ ਨੂੰ ਅਸੀਂ ਜਮਦੂਤ ਵੀ ਕਹਿ ਦਿੰਦੇ ਹਾਂ, ਉਹ ਲੇਖੇ ਦੇ ਸਾਰੇ ਕਾਗਜ਼ ਪਾੜ ਦਿੰਦਾ ਹੈ। ਜੋ ਜ਼ਿੰਦਗੀ ਅਸੀਂ ਬਤੀਤ ਕੀਤੀ ਹੈ ਉਹਦੇ ਦੌਰਾਨ ਜੋ ਵੀ ਅਸੀਂ ਮਾੜੀਆਂ ਸੋਚਾਂ ਅਖਤਿਆਰ ਕਰ ਲਈਆਂ ਹੁੰਦੀਆਂ ਨੇ, ਪਰਮਾਤਮਾ ਦੀ ਸ਼ਰਨ ਪਿਆ ਉਹਨਾਂ ਸਾਰੀਆਂ ਹੀ ਮਾੜੀਆਂ ਸੋਚਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਸਤਿਗੁਰ ਮੰਤਰ ਦਿਓ ਹਰ ਨਾਮ, ਸੱਚੇ ਗੁਰੂ ਨੇ ਪਰਮਾਤਮਾ ਦੇ ਨਾਮ ਰੂਪੀ ਅਜਿਹਾ ਮੰਤਰ ਦਿੱਤਾ ਹੈ। ਇਹ ਆਸਰ ਪੂਰਨ ਭਏ ਕਾਮ, ਜਿਹਦੇ ਆਸਰੇ ਸਾਰੇ ਕੰਮ ਸੰਪੂਰਨ ਹੋ ਸਕਦੇ ਨੇ। ਉਸ ਮੰਤਰ ਦਾ ਇੰਨਾ ਆਸਰਾ ਹੈ। ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਭਏ ਸਹਾਈ। ਜਿਸ ਮਨੁੱਖ ਦੇ ਉੱਪਰ ਗੁਰੂ ਕਿਰਪਾਲ ਹੋ ਜਾਵੇ ਤੇ ਉਹ ਹਰੀ, ਉਹ ਪ੍ਰਮਾਤਮਾ ਜੀ ਦਾ ਸਹਾਈ ਬਣ ਜਾਵੇ, ਮਦਦਗਾਰ ਬਣ ਜਾਵੇ, ਉਹਨੂੰ ਜਪ ਤਪ ਅਤੇ ਸੰਜਮ ਰੂਪੀ ਸਾਰੀਆਂ ਹੀ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਨੇ। ਮਾਨ ਮੋਹ ਖੋਏ ਗੁਰ ਭਰਮ, ਗੁਰੂ ਦੇ ਲੜ ਲੱਗ ਕੇ ਜਿਸ ਮਨੁੱਖ ਨੇ ਆਪਣਾ ਹੰਕਾਰ, ਮੋਹ, ਇਸ ਪ੍ਰਕਾਰ ਦੇ ਜਿਹੜੇ ਭਰਮ ਨੇ ਉਹ ਦੂਰ ਕਰ ਲਏ, ਖੋ ਦਿੱਤੇ। ਮਾਨ ਮੋਹ ਭਾਵ ਹੰਕਾਰ ਅਤੇ ਮੋਹ, ਖੋਏ ਗੁਰ ਭਰਮ, ਗੁਰੂ ਦੇ ਲੜ ਲੱਗ ਕੇ ਇਹ ਭਰਮ ਜਿਹੜੇ ਮਨੁੱਖ ਨੇ ਖੋ ਲਏ। ਪੇਖ ਨਾਨਕ ਪਸਰੇ ਪਾਰ ਬ੍ਰਹਮ, ਹੇ ਨਾਨਕ ਉਹ ਮਨੁੱਖ ਉਸ ਪਾਰ ਬ੍ਰਹਮ ਪ੍ਰਮਾਤਮਾ ਨੂੰ ਹਰ ਪਾਸੇ ਪਸਰਿਆ ਹੋਇਆ ਵੇਖਦਾ ਹੈ, ਵੇਖਣ ਦੇ ਯੋਗ ਹੋ ਜਾਂਦਾ ਹੈ। ਗੌੜੀ ਮਹਿਲਾ ਪੰਜਵਾਂ। ਬਿਖੈ ਰਾਜ ਤੇ ਅੰਧਲਾ ਭਾਰੀ, ਦੁੱਖ ਲਾਗੈ RAM ਨਾਮ ਚਿਤਾਰੀ। ਸਾਨੂੰ ਇਸ ਪੰਕਤੀ ਨੂੰ ਪੜ੍ਹਦੇ ਹੋਏ ਆਪੋ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ। ਜੋ ਵੀ ਜ਼ਿੰਦਗੀ ਅਸੀਂ ਬਤੀਤ ਕਰ ਚੁੱਕੇ ਹਾਂ, ਉਸ ਇਤਿਹਾਸ ਵੱਲ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ ਕਿ ਅਸੀਂ ਕੀ ਕਰਦੇ ਰਹੇ ਹਾਂ। ਗੁਰੂ ਜੀ ਕਹਿੰਦੇ ਨੇ ਕਿ ਬਿਖੈ ਰਾਜ ਤੇ ਅੰਧਲਾ ਭਾਰੀ, ਵਿਸ਼ੇ ਵਿਕਾਰਾਂ ਦੇ ਰਾਜ ਦੇ ਵਿੱਚ ਮਨੁੱਖ ਅੰਨਾ ਹੋਇਆ ਰਹਿੰਦਾ ਹੈ ਅਤੇ ਦੁੱਖ ਲਾਗੈ RAM ਨਾਮ ਚਿਤਾਰੀ, ਜਦੋਂ ਉਹਨਾਂ ਵਿਕਾਰਾਂ ਵੱਲੋਂ ਦੁਖੀ ਹੋ ਜਾਂਦਾ ਹੈ, ਵਿਕਾਰਾਂ ਦੇ ਕਾਰਨ ਗਲਤੀਆਂ ਕਰਦਾ ਹੈ, ਗਲਤੀਆਂ ਦੇ ਜਦੋਂ ਨਤੀਜੇ ਭੁਗਤਣੇ ਪੈਂਦੇ ਨੇ ਤਾਂ ਦੁਖੀ ਹੋ ਜਾਂਦਾ ਹੈ, ਫਿਰ ਉਹਨੂੰ ਪ੍ਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ। ਸਾਡੇ ਸਭਨਾਂ ਦੇ ਨਾਲ ਅਜਿਹਾ ਕਿਤੇ ਨਾ ਕਿਤੇ ਹੋਇਆ ਹੋਵੇਗਾ। ਵਡਭਾਗੀ ਮਨੁੱਖ ਹੋਣਗੇ ਜਿਨ੍ਹਾਂ ਦੇ ਨਾਲ ਅਜਿਹਾ ਕਦੇ ਨਹੀਂ ਹੋਇਆ ਕਿ ਸੁੱਖਾਂ ਦੇ ਸਮੇਂ ਉਹਨਾਂ ਨੇ ਕਦੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਤੇ ਦੁੱਖ ਵੇਲੇ ਉਸ ਪ੍ਰਮਾਤਮਾ ਦੇ ਅੱਗੇ ਹੱਥ ਜੋੜੀ ਖੜੇ ਹਨ ਜਾਂ ਖੜਦੇ ਰਹੇ ਹਨ। ਇਸੇ ਲਈ ਕਿਹਾ ਹੈ
ਕਿ ਸਾਨੂੰ ਸਭਨਾਂ ਨੂੰ ਆਪਣੀਆਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਕਿ ਕੀ ਅਸੀਂ ਅਜਿਹੇ ਮਨੁੱਖ ਹਾਂ ਜੋ ਸੁੱਖਾਂ ਵੇਲੇ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਪਰ ਜਦ ਹੀ ਕੋਈ ਦੁੱਖ ਆਉਂਦਾ ਹੈ ਤਾਂ ਅਸੀਂ ਉਹਦੇ ਅੱਗੇ ਅਰਦਾਸ ਕਰਨ ਲੱਗਦੇ ਹਾਂ। ਤੇਰੇ ਦਾਸ ਕਉ ਤੂੰ ਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ ਰਹਾਉ। ਕਿ ਹੇ ਪਰਮਾਤਮਾ, ਜੋ ਤੇਰਾ ਦਾਸ ਹੈ ਉਹਦੇ ਲਈ ਤੇਰਾ ਨਾਮ ਹੀ ਵਡਿਆਈ ਹੈ, ਉਹੀ ਇੱਜ਼ਤ ਹੈ। ਉਹ ਇਸ ਗੱਲ ਨੂੰ ਭਲੀ ਭਾਂਤ ਜਾਣਦਾ ਹੈ ਕਿ ਮਾਇਆ ਦੇ ਵਿੱਚ ਮਸਤ ਰਹਿਣਾ ਸਿੱਧਾ ਨਰਕਾਂ ਦਾ ਰਾਸਤਾ ਹੈ, ਤੇ ਇਹ ਨਰਕ ਮੌਤ ਤੋਂ ਬਾਅਦ ਦੇ ਨਹੀਂ, ਪਹਿਲੇ ਦੇ ਹੀ ਹਨ। ਮਾਇਆ ਸਾਨੂੰ ਦੁਖੀ ਹੀ ਕਰਦੀ ਹੈ, ਕੁਝ ਪਲ ਦੇ ਲਈ ਸੁੱਖ ਦਿੰਦੀ ਹੈ, ਖੁਸ਼ੀ ਦਿੰਦੀ ਹੈ, ਪਰ ਲੰਬੇ ਸਮੇਂ ਦੇ ਲਈ ਸਾਨੂੰ ਦੁਖੀ ਹੀ ਕਰਦੀ ਹੈ। ਰੋਗ ਗ੍ਰਸਤ ਚਿਤਾਰੇ ਨਾਓ, ਬਿਖ ਮਾਤੇ ਕਾ ਠੌਰ ਨਾ ਠਾਓ। ਜਦੋਂ ਵਿਕਾਰਾਂ ਦੇ ਰੋਗਾਂ ਦੇ ਵਿੱਚ ਗ੍ਰਸਤ ਹੋ ਜਾਂਦਾ ਹੈ ਤਾਂ ਤੇਰਾ ਨਾਮ ਚਿਤਾਰਦਾ ਹੈ, ਤਾਂ ਤੇਰਾ ਨਾਮ ਚਿੱਤ ਦੇ ਵਿੱਚ ਲੈ ਕੇ ਆਉਂਦਾ ਹੈ। ਬਿਖ ਮਾਤੇ ਭਾਵ ਕਿ ਵਿਸ਼ੇ ਵਿਕਾਰਾਂ ਦੀ ਜ਼ਹਿਰ ਦੇ ਵਿੱਚ ਮਸਤ ਹੋਏ ਹੋਏ ਮਨੁੱਖ ਦਾ ਠੌਰ ਨਾ ਠਾਓ। ਉਹਦਾ ਕੋਈ ਥਹੁ ਪਤਾ ਨਹੀਂ ਹੁੰਦਾ, ਉਹਦੇ ਆਤਮਿਕ ਜੀਵਨ ਦਾ ਕੋਈ ਥਹੁ ਪਤਾ ਨਹੀਂ ਹੁੰਦਾ। ਆਤਮਿਕ ਤੌਰ ਤੇ ਉਹ ਬਹੁਤ ਪਹਿਲਾਂ ਹੀ ਮਰ ਚੁੱਕਿਆ ਹੁੰਦਾ ਹੈ। ਚਰਨ ਕਮਲ ਸਿਓ ਲਾਗੀ ਪ੍ਰੀਤ, ਆਨ ਸੁੱਖਾ ਨਹੀਂ ਆਵੈ ਚੀਤ। ਜਿਸ ਮਨੁੱਖ ਦੀ ਉਸ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤ ਜੁੜ ਗਈ, ਉਹਨੂੰ ਉਸ ਅਨੁਭਵ ਦੇ ਵਿੱਚੋਂ ਅਜਿਹਾ ਸੁੱਖ ਪ੍ਰਾਪਤ ਹੋ ਜਾਂਦਾ ਹੈ ਕਿ ਆਨ ਸੁੱਖਾ ਨਹੀਂ ਆਵੈ ਚੀਤ। ਜੋ ਦੁਨਿਆਵੀ ਸੁੱਖ ਹਨ, ਹੋਰ ਸੁੱਖ ਹਨ, ਉਹ ਉਹਦੇ ਚਿੱਤ ਚੇਤੇ ਦੇ ਵਿੱਚ ਵੀ ਨਹੀਂ ਰਹਿੰਦੇ। ਉਹਨੂੰ ਦੁਨਿਆਵੀ ਸੁੱਖਾਂ ਦੀਆਂ ਲਾਲਸਾਵਾਂ ਮੁੱਕ ਜਾਂਦੀਆਂ ਨੇ, ਕਿਉਂਕਿ ਉਹ ਸੁੱਖ ਉਸ ਆਨੰਦ ਦੀ ਬਰਾਬਰੀ ਨਹੀਂ ਕਰ ਸਕਦੇ। ਸਦਾ ਸਦਾ ਸਿਮਰੋ ਪ੍ਰਭ ਸੁਆਮੀ, ਮਿਲ ਨਾਨਕ ਹਰ ਅੰਤਰਜਾਮੀ। ਹੇ ਅੰਤਰਜਾਮੀ ਪ੍ਰਮਾਤਮਾ, ਸਭਨਾਂ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਮਾਤਮਾ, ਮੇਰੀ ਤੇਰੇ ਅੱਗੇ ਅਰਦਾਸ ਹੈ ਕਿ ਤੂੰ ਮੈਨੂੰ ਮਿਲ ਤੇ ਮੈਂ ਤੇਰਾ ਨਾਮ ਸਿਮਰਦਾ ਰਵਾਂ। ਗੌੜੀ ਮਹਿਲਾ ਪੰਜਵਾਂ। ਆਠ ਪਹਿਰ ਸੰਗੀ ਬਟਵਾਰੇ, ਕਰ ਕਿਰਪਾ ਪ੍ਰਭ ਲਏ ਨਿਵਾਰੇ। ਬਟਵਾਰੇ ਤੋਂ ਭਾਵ ਵਾਟ ਮਾਰੇ ਜਾਂ ਰਾਹਜ਼ਨ ਜਾਂ ਡਾਕੂ, ਕਿ ਜਿਹੜੇ ਹਮੇਸ਼ਾ ਸਫ਼ਰ ਦੇ ਵਿੱਚ ਰਹਿੰਦੇ ਹਨ। ਕਿ ਅੱਠੇ ਪਹਿਰ ਕਾਮ ਆਦਿਕ ਡਾਕੂ ਜੋ ਹਨ, ਵਿਕਾਰ ਆਦਿਕ ਡਾਕੂ ਜੋ ਹਨ, ਮਨੁੱਖ ਦੇ ਸੰਗੀ ਬਣੇ ਰਹਿੰਦੇ ਹਨ। ਅੱਠੇ ਪਹਿਰ ਉਹ ਮਨੁੱਖ ਦੇ ਨਾਲ ਚੱਲਦੇ ਹਨ, ਉਹਦਾ ਸਾਥ ਨਹੀਂ ਛੱਡਦੇ। ਕਰ ਕਿਰਪਾ ਪ੍ਰਭ ਲਏ ਨਿਵਾਰੇ। ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਖੁਦ ਕਿਰਪਾ ਕਰਦਾ ਹੈ, ਉਹਨਾਂ ਨੂੰ ਉਹ ਇਹਨਾਂ ਵਿਕਾਰਾਂ ਦੇ, ਇਹਨਾਂ ਡਾਕੂਆਂ ਦੇ ਪੰਜੇ ਤੋਂ ਬਚਾ ਲੈਂਦਾ ਹੈ, ਨਿਵਾਰ ਦਿੰਦਾ ਹੈ। ਉਹਨਾਂ ਦੇ ਵਿਕਾਰਾਂ ਨੂੰ ਨੇੜੇ ਨਹੀਂ ਢੁੱਕਣ ਦਿੰਦਾ। ਐਸਾ ਹਰ ਰਸ ਰਮੋ ਸਭ ਕੋਏ, ਸਰਬ ਕਲਾ ਪੂਰਨ ਪ੍ਰਭ ਸੋਏ ਰਹਾਓ। ਇਸ ਦੁਨੀਆ ਦੇ ਉੱਪਰ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਹਨ, ਬਨਸਪਤੀ ਹੈ, ਜੋ ਵੀ ਸ਼ੈ ਹੈ, ਹਰ ਕਿਸੇ ਦੇ ਵਿੱਚ ਕੋਈ ਨਾ ਕੋਈ ਤਰੁੱਟੀ ਜ਼ਰੂਰ ਹੈ। ਜੇਕਰ ਕੋਈ ਸੰਪੂਰਨ ਹੈ ਤਾਂ ਉਹ ਸਿਰਫ ਉਹ ਪਰਮਾਤਮਾ ਹੈ, ਇਸ ਸ੍ਰਿਸ਼ਟੀ ਨੂੰ ਸਿਰਜਣਹਾਰਾ ਹੈ। ਸਰਬ ਕਲਾ ਪੂਰਨ ਪ੍ਰਭ ਸੋਏ। ਸਾਰੀਆਂ ਤਾਕਤਾਂ ਦੇ ਨਾਲ ਭਰਿਆ ਹੋਇਆ ਤੇ ਮੁਕੰਮਲ ਸਿਰਫ ਉਹ ਪਰਮਾਤਮਾ ਹੈ। ਐਸਾ ਹਰ ਰਸ ਰਮੋ ਸਭ ਕੋਏ। ਇਸ ਲਈ ਉਸ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਹਰ ਜੀਵ ਨੂੰ ਰਮਣਾ ਚਾਹੀਦਾ ਹੈ। ਹਰ ਜੀਵ ਨੂੰ ਉਹਦੇ ਰਾਮ ਰਸ ਦੇ ਵਿੱਚ ਸਮਾਇਆ ਹੋਣਾ ਚਾਹੀਦਾ ਹੈ। ਮਹਾ ਤਪਤ ਸਾਗਰ ਸੰਸਾਰ। ਇਹ ਜੋ ਸੰਸਾਰ ਰੂਪ ਸਾਗਰ ਹੈ, ਇਹ ਬਹੁਤ ਤਪ ਰਿਹਾ ਹੈ, ਬਹੁਤ ਤਪਸ਼ ਹੈ ਇਸ ਸੰਸਾਰ ਦੇ ਅੰਦਰ। ਮੇਰਾ ਖਿਆਲ ਹੈ ਕਿ ਜਿਸ ਸਮੇਂ ਦੇ ਵਿੱਚੋਂ ਅਸੀਂ ਅੱਜ ਗੁਜ਼ਰ ਰਹੇ ਹਾਂ, ਇਸ ਤੋਂ ਵੱਡੀ ਉਦਾਹਰਨ ਨਹੀਂ ਹੋ ਸਕਦੀ ਇਸ ਤਪਦੇ ਹੋਏ ਸੰਸਾਰ ਸਮੁੰਦਰ ਦੀ। ਲਗਭਗ ਸਾਰਾ 2020 ਦਾ ਸਾਲ ਕਰੋਨਾ ਦੇ ਕਰਕੇ ਸਾਰੇ ਜਗਤ ਦੇ ਲਈ ਹੀ ਦੁੱਖਾਂ ਤਕਲੀਫਾਂ ਭਰਿਆ ਰਿਹਾ।
ਇਸ ਤੋਂ ਇਲਾਵਾ ਜੋ ਕੁਦਰਤੀ ਆਫਤਾਂ ਨੇ ਉਹਨਾਂ ਦੇ ਵਿੱਚ ਵੀ ਪਿਛਲੇ ਕਈ ਸਾਲਾਂ ਦੇ ਵਿੱਚ ਕਾਫੀ ਬੜੋਤਰੀ ਹੋਈ ਹੈ, ਕਾਫੀ ਵੱਧ ਗਈਆਂ ਨੇ। ਕਿਤੇ ਸਾਈਕਲੋਨ ਆ ਰਹੇ ਨੇ, ਕਿਤੇ ਹੜ੍ਹ ਆ ਰਹੇ ਨੇ, ਕਿਤੇ ਸੋਕਾ ਪਿਆ ਹੈ। ਪਿਛਲੇ ਸਾਲ ਦੀ ਗੱਲ ਹੈ, ਆਸਟ੍ਰੇਲੀਆ ਦੇ ਵਿੱਚ ਜੰਗਲਾਂ ਨੂੰ ਅੱਗ ਲੱਗੀ ਰਹੀ ਹੈ, ਕਿੰਨੀ ਹੀ ਦੇਰ ਤੱਕ ਚੱਲਦੀ ਰਹੀ ਹੈ। ਲੱਖਾਂ ਹੀ ਜੀਵ ਉਸ ਅੱਗ ਦੇ ਵਿੱਚ ਝੁਲਸ ਕੇ ਮਰ ਗਏ ਨੇ ਤੇ ਲੱਖਾਂ ਹੀ ਪੇੜ ਪੌਦੇ ਵਨਸਪਤੀਆਂ ਖਤਮ ਹੋ ਗਈਆਂ ਨੇ। ਇਸ ਤੋਂ ਇਲਾਵਾ ਜੋ ਸ਼ਾਸਕਾਂ ਵੱਲੋਂ ਪਾਸ ਕੀਤੇ ਹੋਏ ਮਾੜੇ ਕਾਨੂੰਨ, ਉਹਨਾਂ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ ਹੈ। ਭਾਰਤ ਦੇ ਵਿੱਚ ਖਾਸ ਕਰਕੇ ਪਿਛਲੇ 1 ਸਾਲ ਦੇ ਦੌਰਾਨ ਕਈ ਸਾਰੇ ਅਜਿਹੇ ਕਾਨੂੰਨ ਲੈ ਕੇ ਆਂਦੇ ਗਏ ਨੇ ਜਿਨ੍ਹਾਂ ਦਾ ਲੋਕਾਂ ਦੀਆਂ ਜ਼ਿੰਦਗੀਆਂ ਦੇ ਉੱਪਰ ਸਿੱਧਾ ਅਸਰ ਹੋਇਆ ਤੇ ਉਹ ਅਸਰ ਮਾੜਾ ਹੋਇਆ। ਇਹਨਾਂ ਕਾਨੂੰਨਾਂ ਦਾ ਫਾਇਦਾ ਕੁਝ ਕੁ ਲੋਕਾਂ ਨੂੰ ਹੋਇਆ ਤੇ ਬਹੁਤੇ ਲੋਕਾਂ ਨੂੰ ਇਹਨਾਂ ਦਾ ਨੁਕਸਾਨ ਹੋਇਆ। ਤਾਂ ਹਰ ਪਾਸੇ ਤੋਂ ਮਾਰ ਪੈ ਰਹੀ ਹੈ। ਇੰਨਾ ਇਹ ਸੰਸਾਰ ਸਮੁੰਦਰ ਤਪ ਰਿਹਾ ਹੈ, ਮਹਾਤਪਤ ਸਾਗਰ ਸੰਸਾਰ। ਪਰ ਸਾਨੂੰ ਘਬਰਾਉਣ ਦੀ ਲੋੜ ਨਹੀਂ। ਇਹ ਜੋ ਤਪਸ਼ ਹੈ ਇਹ ਵੀ ਉਸ ਪਰਮਾਤਮਾ ਦੀ ਰਜ਼ਾ ਅਧੀਨ ਹੀ ਹੈ, ਉਹਦੀ ਲੀਲਾ ਹੈ, ਉਹਦੀ ਮਰਜ਼ੀ ਹੈ। ਇਸ ਤੇ ਅਸੀਂ ਸਵਾਲ ਨਹੀਂ ਖੜਾ ਕਰ ਸਕਦੇ ਕਿ ਇਹ ਕਿਉਂ ਹੈ, ਕਿਉਂਕਿ ਜੇ ਇਹਦੇ ਤੇ ਸਵਾਲ ਖੜਾ ਕਰਨਾ ਹੈ ਤਾਂ ਸਾਨੂੰ ਇਸ ਗੱਲ ਤੇ ਵੀ ਸਵਾਲ ਖੜਾ ਕਰਨਾ ਪਏਗਾ ਕਿ ਅਸੀਂ ਜੀਵਤ ਕਿਉਂ ਹਾਂ, ਸਾਡੇ ਸਾਹ ਕਿਉਂ ਚੱਲਦੇ ਨੇ, ਧਰਤੀ ਘੁੰਮ ਕਿਉਂ ਰਹੀ ਹੈ, ਦਿਨ ਰਾਤ ਕਿਉਂ ਹੋ ਜਾਂਦੇ ਨੇ। ਇਹ ਸਭ ਸਵਾਲ ਵੀ ਕਰਨੇ ਪੈਣਗੇ। ਜੇਕਰ ਅਸੀਂ ਇਹ ਸਮਝਦੇ ਹਾਂ ਕਿ ਬਾਕੀ ਸਭ ਕੁਝ ਪਰਮਾਤਮਾ ਦੀ ਲੀਲਾ ਹੈ, ਉਹਦੀ ਮਰਜ਼ੀ ਹੈ, ਤਾਂ ਇਹ ਵੀ ਉਸੇ ਦੀ ਹੀ ਮਰਜ਼ੀ ਹੈ, ਇਹ ਵੀ ਉਹਦੀ ਰਜ਼ਾ ਦੇ ਅਧੀਨ ਹੀ ਹੈ। ਮਹਾਤਪਤ ਸਾਗਰ ਸੰਸਾਰ, ਪ੍ਰਭ ਖਿਨਮਹਿ ਪਾਰ ਉਤਾਰਨਹਾਰ। ਇੰਨੀ ਤਾਕਤ ਰੱਖਣ ਵਾਲਾ ਉਹ ਪਰਮਾਤਮਾ ਜ਼ਰੂਰ ਹੈ ਕਿ ਜਦ ਉਹਦੀ ਮਰਜ਼ੀ ਹੋਈ ਤੇ ਇੱਕ ਪਲ ਦੇ ਵਿੱਚ ਪਾਰ ਉਤਾਰਾ ਕਰਨ ਦੀ ਤਾਕਤ ਰੱਖਦਾ ਹੈ। ਅਨਕ ਬੰਧਨ ਤੋਰੇ ਨਹੀਂ ਜਾਹੇ। ਮਾਇਆ ਦੇ, ਵਿਕਾਰਾਂ ਦੇ ਅਨੇਕਾਂ ਹੀ ਬੰਧਨ ਮਨੁੱਖ ਨੂੰ ਬੰਨ੍ਹ ਕੇ ਰੱਖਦੇ ਹਨ। ਮਨੁੱਖ ਦੀ ਸੋਚ ਇਹਨਾਂ ਬੰਧਨਾਂ ਦੇ ਵਿੱਚ ਜਕੜੀ ਰਹਿੰਦੀ ਹੈ ਤੇ ਆਪਣੇ ਯਤਨਾਂ ਦੇ ਨਾਲ ਉਹ ਇਹਨਾਂ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਪਾਉਂਦਾ। ਅਨਕ ਬੰਧਨ ਤੋਰੇ ਨਹੀਂ ਜਾਹੇ, ਸਿਮਰਤ ਨਾਮ ਮੁਕਤ ਫਲ ਪਾਹੇ। ਪਰਮਾਤਮਾ ਦਾ ਨਾਮ ਸਿਮਰਨ ਹੀ ਇਹਨਾਂ ਬੰਧਨਾਂ ਨੂੰ ਤੋੜਨ ਦੀ ਇੱਕੋ ਇੱਕ ਵਿਧੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਆਪਣੀ ਸੋਚ ਨੂੰ ਆਜ਼ਾਦ ਕਰਨਾ, ਇਹਨਾਂ ਮਾਇਆ ਦੇ ਤੇ ਵਿਕਾਰਾਂ ਦੇ ਬੰਧਨਾਂ ਨੂੰ ਤੋੜਨਾ, ਤਾਂ ਉਸ ਪਰਮਾਤਮਾ ਦੇ ਨਾਲ ਲਿਵ ਜੋੜਨੀ ਪਏਗੀ। ਜਲਦ ਹੀ ਇਸ ਵਿਸ਼ੇ ਤੇ ਵੀ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਕਿ ਕਿਵੇਂ ਉਸ ਪਰਮਾਤਮਾ ਦੇ ਨਾਲ ਲਿਵ ਜੋੜੀ ਜਾਵੇ। ਉਕਤ ਸਿਆਣਪ ਇਸ ਤੇ ਕਛ ਨਾਹੇ, ਕਰ ਕਿਰਪਾ ਨਾਨਕ ਗੁਣ ਗਾਹੇ। ਇਹ ਜੋ ਜੀਵ ਹੈ ਇਹਦੇ ਕੋਲ ਐਸੀ ਕੋਈ ਸਿਆਣਪ ਨਹੀਂ, ਐਸੀ ਕੋਈ ਚਤੁਰਾਈ ਨਹੀਂ ਜਿਹਦੇ ਨਾਲ ਕਿ ਇਹਨਾਂ ਵਿਕਾਰਾਂ ਰੂਪੀ ਡਾਕੂਆਂ ਤੋਂ ਉਹ ਬਚ ਸਕੇ, ਆਪਣੀ ਮਾਨਸਿਕਤਾ ਨੂੰ ਇਹਨਾਂ ਵਿਕਾਰਾਂ ਤੋਂ ਬਚਾ ਸਕੇ। ਐਸੀ ਕੋਈ ਚਤੁਰਾਈ ਜੀਵ ਦੇ ਪਾਸ ਨਹੀਂ ਹੈ। ਹੇ ਪਰਮਾਤਮਾ, ਤੂੰ ਹੀ ਕਿਰਪਾ ਕਰ ਤੇ ਮੈਨੂੰ ਇਹ ਬਖਸ਼ਿਸ਼ ਕਰ ਕਿ ਨਾਨਕ ਤੇਰੇ ਗੁਣ ਗਾਉਂਦਾ ਰਵੇ। ਕਰ ਕਿਰਪਾ ਨਾਨਕ ਗੁਣ ਗਾਹੀ। ਗੌੜੀ ਮਹਿਲਾ ਪੰਜਵਾਂ। ਥਾਤੀ ਪਾਈ ਹਰ ਕੋ ਨਾਮ, ਵਿਚਰ ਸੰਸਾਰ ਪੂਰਨ ਸਭ ਕਾਮ। ਥਾਤੀ ਤੋਂ ਭਾਵ ਧਨ ਦੀ ਥੈਲੀ। ਉਸ ਪਰਮਾਤਮਾ ਦੇ ਨਾਮ ਰੂਪੀ ਧਨ ਦੀ ਥੈਲੀ ਜੇ ਤੂੰ ਪ੍ਰਾਪਤ ਕਰ ਲਵੇਂ ਤਾਂ ਫਿਰ ਉਸ ਤੋਂ ਬਾਅਦ ਇਸ ਸੰਸਾਰ ਦੇ ਵਿੱਚ ਤੂੰ ਨਿਡਰ ਹੋ ਕੇ ਵਿਚਰ, ਨਿਰਭਉ ਹੋ ਕੇ ਵਿਚਰ, ਤੇਰੇ ਸਾਰੇ ਕਾਰਜ ਪੂਰਨ ਹੋ ਜਾਣਗੇ। ਥਾਤੀ ਪਾਈ ਹਰ ਕੋ ਨਾਮ, ਵਿਚਰ ਸੰਸਾਰ ਪੂਰਨ ਸਭ ਕਾਮ। ਵਡਭਾਗੀ ਹਰ ਕੀਰਤਨ ਗਾਈਐ, ਪਾਰ ਬ੍ਰਹਮ ਤੂੰ ਦੇਹਤਾ ਪਾਈਐ। ਰਹਾਉ। ਵੱਡੇ ਭਾਗਾਂ ਦੇ ਨਾਲ ਹੀ ਉਸ ਪਰਮਾਤਮਾ ਦਾ ਕੀਰਤਨ ਗਾਇਆ ਜਾਂਦਾ ਹੈ। ਤੇ ਹੇ ਪ੍ਰਮਾਤਮਾ, ਜੇਕਰ ਤੂੰ ਸਾਨੂੰ ਇਹ ਬਖਸ਼ਿਸ਼ ਕਰੇ ਤਾਂ ਹੀ ਅਸੀਂ ਤੇਰੇ ਨਾਮ ਦੀ ਦਾਤ ਹਾਸਲ ਕਰ ਸਕਦੇ ਹਾਂ। ਸਿਰਫ ਨਾਮ ਦੀ ਦਾਤ ਹੀ ਨਹੀਂ, ਜੋ ਕੁਝ ਵੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੈ, ਜੇਕਰ ਤੂੰ ਸਾਨੂੰ ਬਖਸ਼ਿਆ ਹੈ ਤਾਂ ਹੀ ਉਹ ਸਾਡੇ ਕੋਲ ਹੈ।
ਜਿਸ ਦਿਨ ਤੂੰ ਸੋਚੇ ਕਿ ਸਾਡੇ ਤੋਂ ਉਹ ਤੂੰ ਖੋਹ ਲੈਣਾ ਹੈ ਤੇ ਉਸ ਦਿਨ ਤੂੰ ਖੋਹ ਲੈਂਦਾ ਹੈ। ਤੈਨੂੰ ਕਿਸੇ ਦੀ ਮੁਤਾਜੀ ਨਹੀਂ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਤੂੰ ਕਰਦਾ ਹੈ। ਹਰ ਕੇ ਚਰਨ ਹਿਰਦੈ ਉਰ ਧਾਰ, ਭਵ ਸਾਗਰ ਚੜ ਉਤਰ ਹੈ ਪਾਰ। ਉਸ ਪ੍ਰਮਾਤਮਾ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਈ ਰੱਖ ਤੇ ਉਸ ਪ੍ਰਮਾਤਮਾ ਦੇ ਨਾਮ ਰੂਪੀ ਜਹਾਜ਼ ਤੇ ਚੜ੍ਹ ਕੇ ਇਸ ਤਪਦੇ ਹੋਏ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ। ਸਾਧੂ ਸੰਗ ਕਰੋ ਸਭ ਕੋਇ। ਹੇ ਭਾਈ, ਸਭ ਕੋਈ, ਹਰ ਜੀਵ ਨੂੰ ਚਾਹੀਦਾ ਹੈ ਕਿ ਉਹ ਸਾਧ ਸੰਗਤ ਦੇ ਵਿੱਚ ਜੁੜੇ। ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਕਰੇ, ਉਹਦੀ ਸਿਫਤ ਸਲਾਹ ਕਰੇ। ਅਜਿਹਾ ਕਰਨ ਨਾਲ ਸਦਾ ਕਲਿਆਣ, ਫਿਰ ਦੁੱਖ ਨਾ ਕੋਈ। ਫਿਰ ਸਦਾ ਸੁੱਖ ਹੀ ਸੁੱਖ ਹੁੰਦੇ ਨੇ, ਦੁੱਖ ਨਹੀਂ ਰਹਿ ਜਾਂਦਾ ਜ਼ਿੰਦਗੀ ਦੇ ਵਿੱਚ, ਸਥਿਰਤਾ ਮਿਲ ਜਾਂਦੀ ਹੈ। ਪ੍ਰੇਮ ਭਗਤ ਭਜ ਗੁਣੀ ਨਿਧਾਨ। ਉਸ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਪ੍ਰੇਮ ਭਗਤੀ ਦੇ ਨਾਲ ਭਜ, ਭਾਵ ਕਿ ਉਹਦਾ ਭਜਨ ਕਰ, ਉਹਦੀ ਸਿਫਤ ਸਲਾਹ ਕਰ। ਨਾਨਕ ਦਰਗਹਿ ਪਾਈਐ ਮਾਨ। ਹੇ ਨਾਨਕ, ਇਸ ਪ੍ਰਕਾਰ ਉਹਦੀ ਦਰਗਾਹ ਤੇ ਆਦਰ ਮਾਨ ਹਾਸਲ ਕਰੀਦਾ ਹੈ। ਗੌੜੀ ਮਹਿਲਾ ਪੰਜਵਾਂ। ਜਲ ਥਲ ਮਹੀਲ ਪੂਰਨ ਹਰ ਮੀਤ, ਭਰਮ ਬਿਨਸੇ ਗਾਏ ਗੁਣ ਨੀਤ। ਉਹ ਮੀਤ, ਉਹ ਮਿੱਤਰ ਪ੍ਰਮਾਤਮਾ ਜਿਹੜਾ ਜਲ ਦੇ ਵਿੱਚ, ਥਲ ਦੇ ਵਿੱਚ ਅਤੇ ਆਕਾਸ਼ ਦੇ ਵਿੱਚ ਹਰ ਥਾਂ ਸੰਪੂਰਨ ਰੂਪ ਦੇ ਵਿੱਚ ਵਿਆਪਕ ਹੈ। ਜਦ ਅਸੀਂ ਉਹਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਾਂ ਤਾਂ ਸਾਡੇ ਸਾਰੇ ਭਰਮ ਬਿਨਸ ਜਾਂਦੇ ਹਨ, ਖਤਮ ਹੋ ਜਾਂਦੇ ਹਨ। ਉਠਤ ਸੋਵਤ ਹਰ ਸੰਗ ਪਹਿਰੂਆ। ਉਹ ਪ੍ਰਮਾਤਮਾ ਜੀਵਾਂ ਦੇ ਨਾਲ ਉੱਠਦੇ ਹੋਏ, ਸੌਂਦੇ ਹੋਏ, ਹਰ ਵਕਤ ਰਾਖੇ ਦੀ ਤੌਰ 'ਤੇ ਹੁੰਦਾ ਹੈ। ਉਠਤ ਸੋਵਤ ਹਰ ਰੰਗ ਪਹਿਰੂਆ। ਪਹਿਰੂਆ ਤੋਂ ਭਾਵ ਰਾਖਾ, ਕਿ ਉਹ ਜੀਵ ਦੇ ਨਾਲ ਸਦਾ ਰਾਖੇ ਦੇ ਤੌਰ 'ਤੇ ਮੌਜੂਦ ਹੁੰਦਾ ਹੈ। ਜਾ ਕੈ ਸਿਮਰਨ ਜਮ ਨਹੀਂ ਡਰੂਆ ਰਹਾਓ। ਉਹਦਾ ਸਿਮਰਨ ਕਰਦੇ ਹਾਂ ਤਾਂ ਮੌਤ ਦਾ ਡਰ ਸਾਡੇ ਅੰਦਰੋਂ ਖਤਮ ਹੋ ਜਾਂਦਾ ਹੈ। ਜੇ ਦੇਖਿਆ ਜਾਵੇ ਤਾਂ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਡਰ ਸਾਨੂੰ ਮੌਤ ਦਾ ਹੀ ਹੁੰਦਾ ਹੈ। ਜੀਵਤ ਰਹਿਣ ਦੇ ਲਈ ਹੀ ਅਸੀਂ ਸਭ ਕੁਝ ਕਰਦੇ ਹਾਂ। ਸਾਨੂੰ ਪਤਾ ਹੈ ਕਿ ਜੀਵਤ ਰਹਿਣ ਦੇ ਲਈ ਸਾਨੂੰ ਭੋਜਨ ਦੀ ਲੋੜ ਹੈ, ਠੰਡ ਗਰਮੀ ਤੋਂ ਬਚਣ ਦੇ ਲਈ ਸਾਨੂੰ ਕੱਪੜਿਆਂ ਦੀ, ਛੱਤ ਦੀ ਲੋੜ ਹੈ। ਇਸੇ ਲਈ ਹੀ ਅਸੀਂ ਮਿਹਨਤਾਂ ਕਰਦੇ ਹਾਂ, ਕੰਮਕਾਰ ਕਰਦੇ ਹਾਂ, ਪੈਸਾ ਕਮਾਉਂਦੇ ਹਾਂ ਤੇ ਇਹ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਾਂ ਤਾਂ ਕਿ ਅਸੀਂ ਜੀਵਤ ਰਹਿ ਸਕੀਏ, ਮਰ ਨਾ ਜਾਈਏ। ਸਾਨੂੰ ਇਹ ਵੀ ਹੁੰਦਾ ਹੈ ਕਿ ਸਾਡੇ ਕੋਲ ਹਰ ਵਕਤ ਕੁਛ ਨਾ ਕੁਛ ਪੈਸਾ ਸੇਵ ਕੀਤਾ ਹੋਇਆ ਹੋਵੇ ਤਾਂ ਕਿ ਜੇਕਰ ਕੋਈ ਬਿਮਾਰੀ ਰੂਪ ਜਾਂ ਕੋਈ ਹਾਦਸਾ ਵਾਪਰ ਜਾਏ ਤਾਂ ਉਸ ਵਕਤ ਉਹ ਪੈਸਾ ਸਾਡੇ ਕੰਮ ਆ ਸਕੇ, ਅਸੀਂ ਆਪਣਾ ਇਲਾਜ ਕਰਵਾ ਸਕੀਏ। ਕਿਉਂ? ਕਿਉਂਕਿ ਅਸੀਂ ਮਰਨਾ ਨਹੀਂ ਚਾਹੁੰਦੇ, ਅਸੀਂ ਜੀਵਤ ਰਹਿਣਾ ਚਾਹੁੰਦੇ ਹਾਂ। ਮੌਤ ਦਾ ਡਰ ਹੈ, ਪਰ ਜਦ ਉਸ ਪ੍ਰਮਾਤਮਾ ਦੀ ਸਿਮਰਨ ਭਗਤੀ ਦੇ ਵਿੱਚ ਲੱਗੇ ਰਹਿੰਦੇ ਹਾਂ ਤਾਂ ਮਨ ਦੇ ਵਿੱਚ ਮੌਤ ਦਾ ਡਰ ਨਹੀਂ ਰਹਿ ਜਾਂਦਾ, ਡਰ ਖਤਮ ਹੋ ਜਾਂਦਾ ਹੈ। ਇਹ ਨਹੀਂ ਹੈ ਕਿ ਤੁਸੀਂ ਫਿਰ ਆਪਣਾ ਧਿਆਨ ਰੱਖਣੋਂ ਹਟ ਜਾਂਦੇ ਹੋ, ਇਹ ਨਹੀਂ ਹੈ ਕਿ ਤੁਸੀਂ ਬਿਮਾਰ ਹੋ ਜਾਓਗੇ ਤੇ ਫਿਰ ਦਵਾਈ ਨਹੀਂ ਲਓਗੇ, ਇਹੀ ਸੋਚ ਕੇ ਬੈਠ ਜਾਓਗੇ ਕਿ ਪ੍ਰਮਾਤਮਾ ਆਪੇ ਹੀ ਠੀਕ ਕਰ ਦੇਵੇਗਾ। ਜਾਂ ਜੇਕਰ ਕੋਈ ਹਾਦਸਾ ਹੋ ਜਾਏਗਾ ਤਾਂ ਤੁਸੀਂ ਆਪਣੇ ਆਪ ਨੂੰ ਹਸਪਤਾਲ ਤੱਕ ਨਹੀਂ ਲੈ ਕੇ ਜਾਓਗੇ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ, ਸਾਥੀ ਨੂੰ ਹਸਪਤਾਲ ਨਹੀਂ ਪਹੁੰਚਾਓਗੇ। ਹਾਂ, ਇੰਨਾ ਜ਼ਰੂਰ ਹੈ ਕਿ ਅੰਦਰ ਡਰ ਨਹੀਂ ਹੋਏਗਾ। ਤੁਹਾਡੇ ਮਨ ਦੇ ਵਿੱਚ ਇੱਕ ਹੀ ਖਿਆਲ ਹੋਏਗਾ ਕਿ ਇਹ ਉਸ ਪਰਮਾਤਮਾ ਦੀ ਰਜ਼ਾ ਹੈ, ਉਹਦੀ ਰਜ਼ਾ ਨੂੰ ਅਸੀਂ ਟਾਲ ਨਹੀਂ ਸਕਦੇ। ਇਹ ਵਿਸ਼ਵਾਸ ਹੋਏਗਾ ਕਿ ਜੇਕਰ ਉਹਦੀ ਰਜ਼ਾ ਹੋਈ ਤੇ ਮੈਂ ਠੀਕ ਹੋ ਜਾਊਂਗਾ, ਜੇਕਰ ਨਾ ਹੋਈ ਤੇ ਨਹੀਂ ਹੋਊਂਗਾ। ਡਰ ਖਤਮ ਹੋ ਜਾਂਦਾ ਹੈ। ਜਾ ਕੈ ਸਿਮਰਨ ਜਮ ਨਹੀਂ ਡਰੂਆ। ਚਰਨ ਕਮਲ ਪ੍ਰਭ ਹਿਰਦੈ ਨਿਵਾਸ, ਸਗਲ ਦੁਖ ਕਾ ਹੋਇਆ ਨਾਸ। ਉਸ ਪ੍ਰਮਾਤਮਾ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖ, ਇਸ ਪ੍ਰਕਾਰ ਤੇਰੇ ਸਾਰੇ ਹੀ ਦੁੱਖਾਂ ਦਾ ਨਾਸ ਹੋ ਜਾਏਗਾ। ਆਸਾ ਮਾਨ ਤਾਨ ਧਨ ਏਕ। ਉਸ ਇੱਕ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਦੀਆਂ ਆਸ਼ਾਵਾਂ, ਮਾਨ ਤਾਨ ਅਤੇ ਧਨ ਬਣਾ ਲੈ। ਜੋ ਕੁਝ ਤੂੰ ਮਾਨ ਤਾਨ, ਇੱਜ਼ਤ ਤੋਂ,
ਆਸ਼ਾਵਾਂ ਤੋਂ, ਧਨ ਤੋਂ ਹਾਸਲ ਕਰਨਾ ਹੈ, ਉਸ ਇੱਕ ਪ੍ਰਮਾਤਮਾ ਦੇ ਨਾਮ ਚੋਂ ਹਾਸਲ ਕਰ ਲੈ। ਆਖਿਰਕਾਰ ਤੇ ਅਸੀਂ ਖੁਸ਼ੀ ਹੀ ਹਾਸਲ ਕਰਨੀ ਹੁੰਦੀ ਹੈ। ਜੇਕਰ ਕੋਈ ਸਾਡੀ ਇੱਜ਼ਤ ਕਰਦਾ ਹੈ ਤਾਂ ਅਸੀਂ ਖੁਸ਼ੀ ਹੀ ਮਹਿਸੂਸ ਕਰਦੇ ਹਾਂ। ਜੇਕਰ ਸਾਡੇ ਕੋਲ ਧਨ ਹੁੰਦਾ ਹੈ ਅਸੀਂ ਖੁਸ਼ੀ ਹੀ ਮਹਿਸੂਸ ਕਰਦੇ ਹਾਂ। ਤੇ ਉਹੀ ਖੁਸ਼ੀ ਜੇਕਰ ਅਸੀਂ ਪ੍ਰਮਾਤਮਾ ਦੇ ਨਾਮ ਚੋਂ ਹਾਸਲ ਕਰ ਲਈਏ ਤੇ ਉਹਦੇ ਵਰਗੀ ਰੀਸ ਕੋਈ ਨਹੀਂ, ਕਿਉਂਕਿ ਉਹਨੂੰ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ। ਤੁਹਾਡੀ ਇੱਜ਼ਤ ਕਰਨੀ ਜਾਂ ਨਾ ਕਰਨੀ ਦੂਸਰੇ ਇਨਸਾਨ ਦੇ ਹੱਥ ਦੇ ਵਿੱਚ ਹੈ। ਬੇਸ਼ੱਕ ਤੁਸੀਂ ਕਿੰਨੇ ਵੀ ਚੰਗੇ ਕਾਰਜ ਕਰ ਲਵੋ, ਬੇਸ਼ੱਕ ਤੁਸੀਂ ਕਦੇ ਕਿਸੇ ਦਾ ਬੁਰਾ ਨਾ ਸੋਚੋ, ਬੁਰਾ ਨਾ ਕਰੋ, ਪਰ ਤੁਹਾਡੀ ਇੱਜ਼ਤ ਕਰਨੀ ਹੈ ਜਾਂ ਨਹੀਂ ਇਹ ਦੂਸਰੇ ਇਨਸਾਨ ਦੇ ਹੱਥ 'ਚ ਹੈ। ਉਹ ਚਾਹੇ ਤਾਂ ਤੁਹਾਡੀ ਇੱਜ਼ਤ ਨਾ ਕਰਕੇ ਤੁਹਾਡਾ ਮਾਣ ਤੁਹਾਡੇ ਤੋਂ ਖੋਹ ਸਕਦਾ ਹੈ, ਤੁਹਾਡੀ ਖੁਸ਼ੀ ਤੁਹਾਡੇ ਤੋਂ ਖੋਹ ਸਕਦਾ ਹੈ। ਖੋ ਹੀ ਜਾਂਦੀ ਹੈ। ਜਦ ਕੋਈ ਸਾਡੀ ਇੱਜ਼ਤ ਨਹੀਂ ਕਰਦਾ ਤੇ ਸਾਨੂੰ ਬੁਰਾ ਲੱਗਦਾ ਹੈ। ਬੁਰਾ ਲੱਗਦਾ ਹੈ ਭਾਵ ਅਸੀਂ ਖੁਸ਼ ਨਹੀਂ ਹੁੰਦੇ। ਖੁਸ਼ੀ ਸਾਡੀ ਖੋ ਹੀ ਗਈ, ਉਹ ਦੂਸਰੇ ਇਨਸਾਨ ਦੇ ਹੱਥ ਵੱਸ ਦੇ ਦਿੱਤੀ ਅਸੀਂ। ਤੇ ਉਹੀ ਖੁਸ਼ੀ ਜੇਕਰ ਅਸੀਂ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵਿੱਚੋਂ ਹਾਸਲ ਕਰੀਏ ਤਾਂ ਦੂਸਰਾ ਇਨਸਾਨ ਸਾਡੇ ਤੋਂ ਖੋ ਨਹੀਂ ਸਕਦਾ। ਬੇਸ਼ੱਕ ਤੁਹਾਡੇ ਕੋਲ ਕੱਖ ਵੀ ਨਾ ਹੋਵੇ, ਬੇਸ਼ੱਕ ਤੁਸੀਂ ਬਹੁਤ ਵੱਡੀ ਤੋਂ ਵੱਡੀ ਮੁਸੀਬਤ ਦੇ ਵਿੱਚ ਫਸੇ ਹੋਵੋ, ਪਰ ਉਸ ਨਾਮ ਨੂੰ ਤੁਹਾਡੇ ਤੋਂ ਕੋਈ ਵੱਖ ਨਹੀਂ ਕਰ ਸਕਦਾ। ਉਹ ਤੁਹਾਡੇ ਨਾਲ ਹੀ ਰਹਿਣਾ ਹੈ। ਸੋ ਆਸਾ ਮਾਨ ਤਾਨ ਧਨ ਏਕ, ਸਾਚੇ ਸਾਕੀ ਮਨ ਮਹਿ ਟੇਕ। ਉਸ ਸ਼ਾਹ ਰੂਪ ਪਰਮਾਤਮਾ ਦੀ ਟੇਕ ਰੱਖੋ, ਉਹਦਾ ਆਸਰਾ ਤੱਕੋ। ਮਹਾ ਗਰੀਬ ਜਨ ਸਾਧ ਅਨਾਥ। ਇਸ ਦੁਨੀਆ ਦੇ ਵਿੱਚ ਬੜੇ ਗਰੀਬ ਤੋਂ ਗਰੀਬ ਲੋਕ ਪਏ ਹਨ, ਸਾਧੂ ਪਏ ਹਨ, ਅਨਾਥ ਬੱਚੇ ਪਏ ਹਨ। ਨਾਨਕ ਪ੍ਰਭ ਰਾਖੇ ਦੇ ਹਾਥ। ਹੇ ਨਾਨਕ, ਉਹ ਪ੍ਰਮਾਤਮਾ ਆਪ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 196ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਅੱਜ ਦੀ ਬਾਣੀ ਦੇ ਵਿੱਚੋਂ ਅਸੀਂ ਇੱਕ ਗੱਲ ਜਾਣੀ ਕਿ ਇਨਸਾਨ ਕਿੰਨਾ ਖੁਦਗਰਜ਼ ਹੁੰਦਾ ਹੈ। ਜਦ ਸਭ ਕੁਝ ਚੰਗਾ ਚੱਲ ਰਿਹਾ ਹੈ, ਉਦੋਂ ਵਿਕਾਰਾਂ ਦੇ ਚੰਗੁਲ ਵਿੱਚ ਹੈ, ਉਦੋਂ ਪ੍ਰਮਾਤਮਾ ਉਹਦੇ ਚੇਤੇ ਦੇ ਵਿੱਚ ਨਹੀਂ ਆਉਂਦਾ। ਪਰ ਜਦ ਕੋਈ ਦੁੱਖ ਆਉਂਦਾ ਹੈ, ਦੁੱਖ ਲੱਗੈ ਰਾਮ ਨਾਮ ਚਿਤਾਰੀ, ਤਾਂ ਅਸੀਂ ਉਸ ਪ੍ਰਮਾਤਮਾ ਨੂੰ ਜ਼ਰੂਰ ਯਾਦ ਕਰਦੇ ਹਾਂ। ਇਹ ਸਾਡੀ ਖੁਦਗਰਜ਼ੀ ਹੈ, ਪਰ ਅਸਲ ਦੇ ਵਿੱਚ ਸਾਡੇ ਹੱਥ ਵਿੱਚ ਇਹ ਵੀ ਨਹੀਂ ਹੈ। ਇਹ ਖੁਦਗਰਜ਼ੀ ਵੀ ਸਾਨੂੰ ਉਸ ਪ੍ਰਮਾਤਮਾ ਨੇ ਹੀ ਬਖਸ਼ੀ ਹੈ। ਇਹ ਵੀ ਉਸੇ ਦੀ ਹੀ ਲੀਲਾ ਹੈ। ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਸਾਡੀਆਂ ਕੋਈ ਵੀ ਚਤੁਰਾਈਆਂ, ਕੋਈ ਵੀ ਸਿਆਣਪਾਂ ਸਾਨੂੰ ਵਿਕਾਰਾਂ ਦੇ ਚੰਗੋ ਤੋਂ ਬਚਾ ਨਹੀਂ ਪਾਉਂਦੀਆਂ। ਇਸ ਲਈ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਜੇਕਰ ਸਾਡੇ ਤੇ ਪ੍ਰਮਾਤਮਾ ਮਿਹਰ ਕਰੇ ਤਾਂ, ਕਿ ਅਸੀਂ ਉਹਦਾ ਨਾਮ ਸਿਮਰਨ ਕਰੀਏ, ਉਹਦੀ ਸੇਵਾ ਭਗਤੀ ਦੇ ਵਿੱਚ ਜੁੜੀਏ, ਉਹਨੂੰ ਸਦਾ ਆਪਣੇ ਚੇਤੇ ਦੇ ਵਿੱਚ ਰੱਖੀਏ। ਸਿਰਫ ਦੁੱਖਾਂ ਵੇਲੇ ਹੀ ਨਹੀਂ, ਸੁੱਖਾਂ ਵੇਲੇ ਵੀ ਉਹਨੂੰ ਚੇਤੇ ਦੇ ਵਿੱਚ ਰੱਖੀਏ, ਉਹਦਾ ਸ਼ੁਕਰਾਨਾ ਅਦਾ ਕਰਦੇ ਰਹੀਏ, ਉਸ ਇੱਕ ਪ੍ਰਮਾਤਮਾ ਦੀ ਟੇਕ ਰੱਖੀਏ। ਸਾਡੀ ਜ਼ਿੰਦਗੀ ਦੀਆਂ ਆਸ਼ਾਵਾਂ, ਮਾਣ ਤਾਣ ਧਨ ਸਭ ਉਸ ਪ੍ਰਮਾਤਮਾ ਨੂੰ ਬਣਾ ਲਈਏ, ਕਿਉਂਕਿ ਇਹ ਇੱਕ ਅਜਿਹਾ ਧਨ ਹੈ, ਇਹਦੇ ਤੋਂ ਮਿਲਣ ਵਾਲੀ ਖੁਸ਼ੀ ਅਜਿਹੀ ਖੁਸ਼ੀ ਹੈ ਜਿਹਨੂੰ ਕੋਈ ਖੋ ਨਹੀਂ ਸਕਦਾ। ਇਸ ਗੱਲ ਦੇ ਵਿੱਚ ਯਕੀਨ ਰੱਖੀਏ ਕਿ ਉਹ ਪ੍ਰਮਾਤਮਾ ਆਪ ਹੱਥ ਦੇ ਕੇ ਸਾਡੀ ਰੱਖਿਆ ਕਰਨ ਦੇ ਸਮਰੱਥ ਹੈ। ਜੇਕਰ ਉਹਨੇ ਸਾਡੇ ਉੱਪਰ ਕੋਈ ਮੁਸੀਬਤ ਪਾਈ ਹੈ ਤਾਂ ਉਹਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਹੋਵੇਗਾ, ਜੋ ਕਿ ਸਿਰਫ ਉਹੀ ਜਾਣਦਾ ਹੈ। ਅਸੀਂ ਉਹਦਾ ਭੇਤ ਬੁੱਝ ਨਹੀਂ ਸਕਦੇ। ਸੋ ਇਹਨਾਂ ਹੀ ਸੰਦੇਸ਼ਾਂ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਜੇਕਰ ਤੁਹਾਨੂੰ ਲੱਗੇ ਕਿ ਇਹ ਸਭ ਗੱਲਾਂ, ਇਹ ਸਭ ਸਿੱਖਿਆਵਾਂ ਸਾਡੇ ਹੋਰ ਸਾਥੀਆਂ ਦੇ ਵੀ ਕੰਮ ਆ ਸਕਦੀਆਂ ਨੇ, ਤਾਂ ਉਹਨਾਂ ਤੱਕ ਇਹ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ। ਵੀਡੀਓ ਨੂੰ ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਪਰਮਾਤਮਾ ਇਸੇ ਤਰ੍ਹਾਂ ਕਿਰਪਾ ਕਰਦਾ ਰਹੇ ਤੇ ਅਸੀਂ ਸਾਰੇ ਉਸ ਦਾ ਨਾਮ ਸਿਮਰਨ ਇਸੇ ਪ੍ਰਕਾਰ ਹੀ ਕਰਦੇ ਰਹੀਏ। ਇੱਥੇ ਹੀ ਫਤਿਹ ਕਬੂਲ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।